ਜਿਹੜਾ ਮੰਨ ਲਓ ਹੁਣ ਅੱਜ ਪੰਜਾਬ ਦੇ ਵਿੱਚ ਇੱਕ ਬੱਚਾ ਬੈਠਾ ਕਿਸੇ ਪੰਜਾਬ ਦੇ ਪਿੰਡ ਵਿੱਚ ਉਹ ਇਹ ਵੇਟ ਕਰੇ ਵੀ ਮੈਂ ਇੱਕ ਲਾਇਸੈਂਸ ਹੋਲਡਰ ਕੋਲੋਂ ਫਾਈਲ ਲਗਾਉਣੀ ਹੈ ਕਿ ਜਾਂ ਫਿਰ ਜਿਹੜਾ ਉਹਨੂੰ ਨੀਅਰੈਸਟ ਅਵੇਲੇਬਲ ਆ ਉਹਦੇ ਕੋਲ ਜਾਊਗਾ ਜੀ। ਜੇ ਸਰਕਾਰ ਅੱਜ ਇਹ ਕਹਿ ਸਕਦਾ ਪ੍ਰਧਾਨ ਮੰਤਰੀ ਵੀ ਅਸੀਂ ਡਿਪੋਰਟ ਨਹੀਂ ਹੋਣ ਦੇਵਾਂਗੇ, ਕਲਪਰੇਟਸ ਨੂੰ ਅਸੀਂ ਫੜਾਂਗੇ, ਪਰ ਕਲਪਰੇਟਸ ਨੂੰ ਕਿੱਥੋਂ ਫੜਨਗੇ? ਉਹ ਤਾਂ ਕੈਨੇਡੀਅਨ ਲਾਜ਼ ਤੋਂ ਵੈਸੇ ਹੀ ਬਾਹਰ ਬੈਠੇ ਨੇ। ਸਾਰੇ ਦੇ ਵਿੱਚ ਬੱਚਿਆਂ ਦੀ ਕਿੰਨੀ ਗਲਤੀ ਹੈ? ਬੱਚਿਆਂ ਨਾਲੋਂ ਜ਼ਿਆਦਾ ਕਸੂਰਵਾਰ ਉਹ ਆਫੀਸਰ ਨਹੀਂ ਹੈ ਜਿਹਨੇ ਵੀਜ਼ਾ ਗ੍ਰਾਂਟ ਕਰ ਦਿੱਤਾ ਇੱਕ ਫਰਜ਼ੀ ਡਾਕੂਮੈਂਟਸ ਦੇ ਉੱਤੇ। ਸਰਕਾਰ ਪੂਰੇ ਪ੍ਰੈਸ਼ਰ 'ਚ ਹੈ। ਪ੍ਰੈਸ਼ਰ ਇਸ ਲਈ ਹੈ, ਸਟੂਡੈਂਟਸ ਨੂੰ ਪ੍ਰੈਸ਼ਰ ਬਣਾਇਆ। ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡੇ ਸਾਰਿਆਂ ਦਾ ਬਹੁਤ ਸਵਾਗਤ। ਮੈਂ ਜੋਗਰਾਜ ਸਿੰਘ ਕਾਲੂ। ਅੱਜ ਇਸ ਖਾਸ ਪ੍ਰਾਈਮ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ CWC ਇਮੀਗ੍ਰੇਸ਼ਨ ਤੋਂ ਨੇ ਅਮਨ ਖਹਿਰਾ ਹੋਣੀ। ਖਹਿਰਾ ਸਾਹਿਬ ਸਤਿ ਸ਼੍ਰੀ ਅਕਾਲ, ਬਹੁਤ ਸਵਾਗਤ ਤੁਹਾਡਾ। ਥੈਂਕ ਯੂ ਬਾਈ ਜੀ। ਖਹਿਰਾ ਸਾਹਿਬ, ਗੱਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ ਸੰਬੰਧਿਤ ਕਰਨੀ ਆ, ਖਾਸ ਤੌਰ ਤੇ ਜਿਹੜੇ ਕਿ ਡੈਪੋਰਟੇਸ਼ਨ ਦੀ ਤਲਵਾਰ ਜਿਨ੍ਹਾਂ ਦੇ ਉੱਤੇ ਲਟਕਦੀ ਪਈ ਹੈ ਇਸ ਵਕਤ, ਉਹ ਟਲੀ ਜ਼ਰੂਰ ਹੈ ਜੋ ਹਾਲ ਹੀ ਵਿੱਚ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਹੋਣਾ ਦਾ ਬਿਆਨ ਆਇਆ। ਹੁਣ ਜੇ ਇਸ ਇਸ਼ੂ ਨੂੰ ਬਹੁਤਿਆਂ ਨੂੰ ਸਮਝ ਹੈ, ਬਹੁਤਿਆਂ ਨੂੰ ਅਜੇ ਨਹੀਂ ਵੀ ਹੈਗੀ, ਇਹ ਸਿਚੁਏਸ਼ਨ ਕ੍ਰੀਏਟ ਕਿੱਥੋਂ ਹੋਈ? ਪਹਿਲਾਂ ਇੱਦਾਂ ਦੀ ਵੀ ਧਰਨਾ ਲਾਉਣ ਤੱਕ ਨੌਬਤ ਕੈਨੇਡਾ ਦੇ ਵਿੱਚ ਆਉਣੀ ਪਏ, ਇਹ ਪਿੱਛੇ ਚੱਲਿਆ ਕੀ ਕੰਮ? ਕਿਉਂ ਡੈਪੋਰਟੇਸ਼ਨ ਦੀ ਜਿਹੜੀ ਆ ਇਹ ਚਿੱਠੀ ਇਹਨਾਂ ਦੇ ਵਾਸਤੇ ਨਿਕਲੀ ਬੱਚਿਆਂ ਦੀ? ਜੀ ਇਹਦੇ 'ਚ ਕਾਫੀ ਪਾਰਟੀਜ਼ ਇਨਵੋਲਵ ਨੇ ਪ੍ਰੋਸੈਸ ਦੇ ਵਿੱਚ। ਅੱਛਾ, ਹੁੰਦਾ ਕੀ ਹੈ, ਜਦੋਂ ਕਿਸੇ ਸਟੂਡੈਂਟ ਨੇ ਕੈਨੇਡਾ ਦੇ ਵਿੱਚ ਦਾਖਲ ਹੋਣਾ ਹੁੰਦਾ ਤਾਂ ਯੂਜੂਲੀ ਉਹਦੇ ਲਈ ਸਟੂਡੈਂਟ ਏਜੰਟਸ ਦੇ ਕੋਲ ਜਾਂਦੇ ਨੇ ਜਿਹੜੇ ਆਊਟਸਾਈਡ ਕੈਨੇਡਾ ਦੇ ਵਿੱਚ ਰਹਿ ਰਹੇ ਨੇ। ਨਾਓ ਇਹ ਸਾਰੇ ਪ੍ਰੋਸੈਸ ਦੇ ਵਿੱਚ ਦੂਸਰੀ ਜਿਹੜੀ ਪਾਰਟੀ ਇਨਵੋਲਵ ਹੁੰਦੀ ਹੈ ਏਜੰਟ ਤੋਂ ਇਲਾਵਾ, ਜਿਹੜੇ ਐਜੂਕੇਸ਼ਨਲ ਇੰਸਟੀਟਿਊਟਸ ਨੇ, ਉਹ ਸਰਕਾਰੀ ਅਦਾਰੇ ਵੀ ਨੇ, ਉਹ ਪ੍ਰਾਈਵੇਟ ਅਦਾਰੇ ਵੀ ਨੇ। ਕੈਨੇਡੀਅਨ ਇੰਸਟੀਟਿਊਟ ਨੇ ਜਿਹੜੇ ਲੈਟਰ ਆਫ ਐਕਸੈਪਟੈਂਸ ਦਿੰਦੇ ਨੇ ਤੇ ਦਾਖਲਾ ਦਿੰਦੇ ਨੇ, ਆਫਰ ਲੈਟਰ ਜਿਹਨੂੰ ਕਹਿੰਦੇ ਨੇ। ਜਿਹੜੀ ਇੱਕ ਹੋਰ ਪਾਰਟੀ ਇਨਵੋਲਵ ਹੁੰਦੀ ਹੈ ਪ੍ਰੋਸੈਸ ਦੇ ਵਿੱਚ, ਉਹ ਹੈਗਾ ਇਮੀਗ੍ਰੇਸ਼ਨ ਦਾ ਆਫਿਸ ਜਿਹੜਾ ਵੀਜ਼ਾ ਦਿੰਦਾ। ਠੀਕ ਨਾ, ਹੋਇਆ ਕਿ ਜੇ ਆਪਾਂ ਥੋੜਾ ਬੈਕਗਰਾਊਂਡ ਜਾਈਏ, ਕਿਉਂਕਿ ਬਹੁਤ ਬੜੀ ਕਨਫਿਊਜ਼ਨ ਹੈ ਵੀ ਹੋਇਆ ਕੀ ਹੈ। ਕਾਫੀ ਵਿਅਕਤੀਆਂ ਨੂੰ ਤਾਂ ਇਹ ਨਹੀਂ ਪਤਾ ਵੀ ਜਿਹੜੀ ਡੈਪੋਰਟੇਸ਼ਨ ਦਾ ਮੁੱਦਾ ਕੀ ਹੈ ਐਕਚੁਅਲੀ ਸਟੂਡੈਂਟਸ ਦਾ। ਸੋ ਹੋਇਆ ਕਿ ਜਦੋਂ ਇਹ ਸਟੂਡੈਂਟਸ ਨੇ ਐਪਲੀਕੇਸ਼ਨ ਦਾਇਰ ਕੀਤੀ ਤਾਂ ਉਹਨਾਂ ਨੇ ਜਿਹੜੇ ਅਨਰਜਿਸਟਰਡ ਸਟੂਡੈਂਟ ਏਜੰਟ ਸੀ ਉਹਨਾਂ ਨੂੰ ਕਰ ਲਿਆ, ਕਿਉਂਕਿ ਉਹਨਾਂ ਨੂੰ ਜਾਣਕਾਰੀ ਨਹੀਂ ਸੀ, ਉਹ ਹਿੰਦੁਸਤਾਨ 'ਚ ਬੈਠੇ ਸੀ। ਉਹਨਾਂ ਨੇ ਕਰ ਲਿਆ, ਰਿਟੇਨ ਕਰ ਲਿਆ। ਉਹਨਾਂ ਨੇ ਸਟੂਡੈਂਟ ਵੀਜ਼ਾ ਉਹਨਾਂ ਦੀ ਐਪਲੀਕੇਸ਼ਨ ਦਾਇਰ ਕਰਤੀ। ਐਪਲੀਕੇਸ਼ਨ ਯੂਜੂਲੀ ਉੱਥੇ ਜਿਹੜਾ ਪ੍ਰੋਸੈਸ ਇਨਵੋਲਵ ਹੁੰਦਾ ਉਹ ਬੜਾ ਸ਼ੇਡੀ ਪ੍ਰੋਸੈਸ ਹੈ। ਬਹੁਤ ਇਹੀ ਜਿਹੀ ਐਡਵਰਟਾਈਜ਼ਮੈਂਟ ਤੁਸੀਂ ਦੇਖਦੇ ਹੋ ਜਿਹੜੇ ਕਹਿੰਦੇ ਵੀ ਸਿਰਫ ਅਸੀਂ 3 ਲੱਖ 'ਚ ਕੈਨੇਡਾ ਭੇਜਦੇ ਹਾਂ, 2 ਲੱਖ 'ਚ ਕੈਨੇਡਾ ਭੇਜਦੇ ਹਾਂ, ਹਜ਼ਾਰਾਂ 'ਚ ਵੀ ਆ ਗਈ ਗੱਲ, ਹਜ਼ਾਰਾਂ 'ਚ ਵੀ ਆ ਗਈ। ਇਨਫੈਕਟ ਹੁਣ ਇਹ ਕਿਵੇਂ ਸੰਭਵ ਹੈ ਵੀ ਜੇ ਕਾਲਜ ਦੀ ਫੀਸ ਹੀ ਜਿਹੜੀ ਇਟਸੈਲਫ ਹੈ, ਕਈ ਕੋਰਸਿਸ ਤਾਂ ਇਹੋ ਜਿਹੇ ਕੋਰਸਿਸ ਨੇ ਜਿੱਥੇ ਫੀਸ ਹੀ $35,000 ਹੈ ਕੈਨੇਡਾ ਦੀ, ਤਾਂ ਫਿਰ ਇਹ ਕਿਵੇਂ ਸੰਭਵ ਹੈ ਵੀ ਉਹ ਕਿਸੇ ਨੂੰ ਲੱਖ, ਸਵਾ ਲੱਖ ਜਾਂ ਹਜ਼ਾਰਾਂ 'ਚ ਕੈਨੇਡਾ ਭੇਜਦੇ ਨੇ? ਸਭ ਤੋਂ ਬੜੀ ਸ਼ੇਡੀ ਪ੍ਰੈਕਟਿਸ ਤਾਂ ਉਹ ਹੈ। ਨਾਓ ਸੈਕਿੰਡ, ਜਦੋਂ ਸਟੂਡੈਂਟ ਉਹਨਾਂ ਕੋਲ ਜਾ ਕੇ ਫਸਦਾ ਤਾਂ ਫਿਰ ਉਹ ਕੋਈ ਨਾ ਕੋਈ ਇਹੋ ਜਿਹਾ ਲੂਫਹੋਲ ਲੱਭਦੇ ਨੇ। ਜਦੋਂ ਉਹਨਾਂ ਨੇ ਲੂਫਹੋਲ ਫਾਈਂਡ ਕੀਤਾ, ਲੂਫਹੋਲ ਇਹ ਸੀਗਾ ਵੀ ਜਿਹੜੀ ਇਮੀਗ੍ਰੇਸ਼ਨ ਦਾ ਅਦਾਰਾ ਹੈਗਾ ਉਹ ਡਿਸੀਜਨ ਡਾਕੂਮੈਂਟ ਦੀ ਫੇਸ ਵੈਲਿਊ ਤੇ ਦੇ ਦਿੰਦਾ। ਅੱਛਾ, ਸੋ ਇਟ ਮੀਨਸ ਉਹ ਕਾਲਜ ਤੋਂ ਵੈਰੀਫਾਈ ਨਹੀਂ ਕਰਦਾ ਸੀ ਵੀ ਇਹ ਕਾਲਜ ਨੇ ਇਸ਼ੂ ਕੀਤਾ ਜਾਂ ਨਹੀਂ ਕੀਤਾ। ਦੇਖੋ ਸਟੂਡੈਂਟ ਦੀ ਜਿਹੜੀ ਤਾਦਾਦ ਹੈ ਹਿੰਦੁਸਤਾਨ ਤੋਂ ਸਭ ਤੋਂ ਵੱਧ ਹੈ, ਸੋ ਉਹਦਾ ਸਭ ਤੋਂ ਬੜਾ ਨੰਬਰ ਨਾਰਥ ਇੰਡੀਆ 'ਚੋਂ ਹੈ। ਸੋ ਜਦੋਂ ਹਜ਼ਾਰਾਂ ਹੀ ਐਪਲੀਕੇਸ਼ਨਾਂ ਫਾਈਲ ਹੋ ਜਾਂਦੀਆਂ ਨੇ ਇੱਕੋ ਦਮ, ਤਾਂ ਉਹਨੂੰ ਇੰਡੀਵਿਜੂਅਲ ਐਪਲੀਕੇਸ਼ਨ ਨੂੰ ਬੈਕਗਰਾਊਂਡ ਚੈੱਕ ਕਰਨਾ ਤਾਂ ਬਹੁਤ ਮੁਸ਼ਕਿਲ ਹੈ। ਅੱਛਾ, ਉਹਦਾ ਉਹਨਾਂ ਨੇ ਫਾਇਦਾ ਲਿਆ। ਬਿਨਾਂ ਚੈੱਕ ਕੀਤਿਆਂ ਇਦਾਂ ਹੀ ਲਾ ਦਿੰਦੇ, ਨਾਲ ਸਿਰਫ ਕਾਗਜ਼ ਤੇ ਭਰੋਸਾ ਕਰਦੇ ਆ। ਬਿਲਕੁਲ, ਜਿਵੇਂ ਕਰੰਸੀ ਦਾ ਨੋਟ ਨਕਲੀ ਛਪ ਸਕਦਾ, ਤੁਸੀਂ ਇਹ ਨਹੀਂ ਦੱਸ ਸਕਦੇ ਵੀ ਅਸਲੀ ਨੋਟ ਹੈ ਜਾਂ ਨਕਲੀ ਨੋਟ ਹੈ। ਇਸੇ ਤਰ੍ਹਾਂ ਜਿਹੜਾ ਲੈਟਰ ਆਫ ਐਕਸੈਪਟੈਂਸ ਛਾਪਣਾ ਕਿੰਨਾ ਔਖਾ ਹੈ, ਰਾਈਟ? ਉਹਦੇ ਕੋਈ ਸਪੈਸ਼ਲ ਕੋਈ ਉਹ ਤਾਂ ਹੈ ਨਹੀਂ, ਕੋਈ ਟ੍ਰਿਕ ਜਾਂ ਟ੍ਰੇਡ। ਸੋ ਉਹਦੇ ਵਿੱਚ ਕੀ ਹੁੰਦਾ ਵੀ ਜਦੋਂ ਲੈਟਰ ਆਫ ਐਕਸੈਪਟੈਂਸ ਦੇਤਾ ਸਟੂਡੈਂਟ ਨੂੰ, ਤਾਂ ਸਟੂਡੈਂਟ ਨੂੰ ਐਕਸੈਪਟੈਂਸ ਮਿਲਣ ਤੋਂ ਬਾਅਦ ਸਟੂਡੈਂਟ ਦੀ ਜਿਹੜੀ ਫੀਸ ਹੈ ਉਹ ਵੀ ਫਰਾਡੂਲੈਂਟ ਭਰੀ ਗਈ, ਕਾਗਜ਼ ਇਹੋ ਜਿਹੇ ਲਾਏ ਗਏ ਵੀ ਫੀਸ ਜਿਹੜੀ ਹੈ ਡਿਪੋਜ਼ਿਟ ਹੋ ਗਈ। ਉਸ ਤੋਂ ਬਾਅਦ ਸਟੂਡੈਂਟ ਕੈਨੇਡਾ ਦੇ ਵਿੱਚ ਦਾਖਲ ਹੋਇਆ। ਜਦੋਂ ਸਟੂਡੈਂਟ ਕੈਨੇਡਾ 'ਚ ਦਾਖਲ ਹੋਏ, ਇੱਥੇ ਆ ਕੇ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਜਿਹੜੇ ਅਸਲੀ ਕਾਲਜ 'ਚ ਆਏ ਸੀ ਜਿੱਥੋਂ ਲੈਟਰ ਆਫ ਐਕਸੈਪਟੈਂਸ ਸੀਗੀ, ਉੱਥੇ ਤੁਹਾਡੀਆਂ ਸੀਟਸ ਫੁੱਲ ਹੋ ਗਈਆਂ ਕਿਸੇ ਵੀ ਵਜ੍ਹਾ ਕਰਕੇ, ਤੁਸੀਂ ਨਵੇਂ ਕਾਲਜ ਚਲੇ ਜਾਓ। ਸੋ ਉੱਥੋਂ ਜਿਹੜੇ ਸਟੂਡੈਂਟਸ ਨੇ ਉਹ ਨਵੇਂ ਕਾਲਜ ਚਲੇ ਗਏ। ਨਾ ਇਹ ਸਾਰੇ ਪ੍ਰੋਸੈਸ 'ਚ ਕੀ ਹੋਇਆ, ਜਿਹੜੀ ਗਲਤੀ ਸੀ ਸਭ ਤੋਂ ਬੜੀ, ਉਹ ਸਰਕਾਰ ਦੀ ਤਾਂ ਹੈ ਹੀ ਹੈ ਵੀ ਉਹਨਾਂ ਨੇ ਵੈਰੀਫਾਈ ਕਰਨਾ ਸੀ, ਜਿਹੜੀ ਕਿ ਲਿਬਰਲ ਸਰਕਾਰ ਇਸ ਚੀਜ਼ ਤੋਂ ਬੜਾ ਚੁੱਪ ਹੋ ਕੇ ਬੈਠੀ ਹੈ, ਇਸ ਮੁੱਦੇ ਤੇ ਆਉਂਦੀ ਨਹੀਂ ਹੈ। ਇੱਕ ਬੜੀਆਂ ਸਿੰਪੈਥੈਟਿਕ ਜਿਹੜੀਆਂ
ਜਿਹੜੀਆਂ ਸਟੇਟਮੈਂਟਸ ਉਹ ਦੇ ਰਹੀ ਹੈ ਸਰਕਾਰ। ਜੇ ਸਰਕਾਰ ਅੱਜ ਇਹ ਕਹਿ ਸਕਦਾ ਪ੍ਰਧਾਨ ਮੰਤਰੀ ਵੀ ਅਸੀਂ ਡਿਪੋਰਟ ਨਹੀਂ ਹੋਣ ਦੇਵਾਂਗੇ, ਕਲਪਰੇਟਸ ਨੂੰ ਅਸੀਂ ਫੜਾਂਗੇ, ਪਰ ਕਲਪਰੇਟਸ ਨੂੰ ਕਿੱਥੋਂ ਫੜਨਗੇ? ਉਹ ਤਾਂ ਕੈਨੇਡੀਅਨ ਲਾਜ਼ ਤੋਂ ਵੈਸੇ ਹੀ ਬਾਹਰ ਬੈਠੇ ਨੇ। ਉਹਨਾਂ ਨੂੰ ਹਿੰਦੁਸਤਾਨ ਦੀ ਸਰਕਾਰ ਤੇ ਰਿਲਾਈ ਕਰਨਾ ਪਊ ਵੀ ਉਹ ਐਕਸ਼ਨ ਲੈਣਗੇ ਜਾਂ ਨਹੀਂ, ਉਹਦੀ ਮਰਜ਼ੀ ਤੇ ਬੈਠੇ। ਇਸ ਸਾਰੇ ਦੇ ਵਿੱਚ ਬੱਚਿਆਂ ਦੀ ਕਿੰਨੀ ਗਲਤੀ ਆ? ਜੀ ਨਾ ਇਹ ਤੇ ਆ ਜਾਂਦਾ ਵੀ ਬੱਚਿਆਂ ਦੀ ਕੀ ਗਲਤੀ ਹੈ। ਜਿਹੜਾ ਕੋਰਟ ਇਹ ਕਹਿੰਦਾ ਲਾਈਕ ਇਹ ਜਿਹੜੇ ਸਟੂਡੈਂਟ ਪਲੀ ਲੈ ਰਹੇ ਨੇ ਉਹ ਇਨੋਸੈਂਟ ਮਿਸਰਿਪਰੈਜ਼ੈਂਟੇਸ਼ਨ ਦੀ ਲੈ ਰਹੇ ਨੇ। ਪਹਿਲਾਂ ਤਾਂ ਜਿਹੜਾ ਮਿਸਰਿਪਰੈਜ਼ੈਂਟੇਸ਼ਨ ਦਾ ਕਾਨੂੰਨ ਹੈ ਉਹ ਬੜਾ ਬ੍ਰੌਡ ਹੈ। ਉਹ ਇਹ ਕਹਿੰਦਾ ਵੀ ਚਾਹੇ ਡਾਇਰੈਕਟ ਹੋਈ ਹੈ ਜਾਂ ਇਨਡਾਇਰੈਕਟ ਹੋਈ ਹੈ, ਭਾਵੇਂ ਤੁਸੀਂ ਆਪਣੀ ਕਾਗਜ਼ ਦਾਖਲ ਕਰਕੇ ਮਿਸਰਿਪਰੈਜ਼ੈਂਟੇਸ਼ਨ ਕੀਤੀ ਹੈ, ਗਲਤ ਇਨਫੋਰਮੇਸ਼ਨ ਦਿੱਤੀ ਹੈ, ਜਾਂ ਤੁਹਾਡੇ ਬਿਹਾਫ ਤੇ ਕਿਸੇ ਨੇ ਦਿੱਤੀ ਹੈ ਨਾ। ਸਟੂਡੈਂਟ ਇਹ ਕਹਿੰਦੇ ਨੇ ਵੀ ਸਾਡੇ ਬਿਹਾਫ ਤੇ ਕਿਸੇ ਹੋਰ ਨੇ ਦਿੱਤੀ ਹੈ ਇਨਫੋਰਮੇਸ਼ਨ। ਕਾਨੂੰਨ ਤਾਂ ਇਹ ਕਹਿੰਦਾ ਨਹੀਂ ਵੀ ਜੇ ਇਨਡਾਇਰੈਕਟ ਹੈ ਤੁਸੀਂ ਉਹ ਤੋਂ ਬਚ ਜਾਓਗੇ। ਸੋ ਇਟ ਮੀਨਸ ਉਹ ਵੀ ਉਨੇ ਹੀ ਕਸੂਰਵਾਰ ਨੇ ਜੇ ਇਨਡਾਇਰੈਕਟ ਜਿਹੜੀ ਮਿਸਰਿਪਰੈਜ਼ੈਂਟੇਸ਼ਨ ਵੀ ਹੋਈ ਹੈ। ਪਰ ਬੱਚੇ ਨੂੰ ਰਿਪਰੈਜ਼ੈਂਟ ਤੇ ਉਹ ਏਜੰਟ ਕਰ ਰਿਹਾ ਸੀ ਨਾ, ਫਰਜ਼ੀ ਜਿਹੜਾ। ਟੈਕਨੀਕਲੀ ਜਿਹੜੇ ਏਜੰਟਸ ਨੇ ਉਹ ਕਿਤੇ ਆਥੋਰਾਈਜ਼ ਤਾਂ ਹੁੰਦੇ ਨਹੀਂ, ਆਥੋਰਾਈਜ਼ ਰਿਪਰੈਜ਼ੈਂਟੇਟਿਵ ਨਹੀਂ ਹੈ। ਉਹ ਕੀ ਕਰਦੇ ਨੇ, ਉਹ ਇੱਕ ਸਿਰਫ ਈਮੇਲ ਯੂਜ਼ ਕਰਦੇ ਨੇ ਇੱਕ ਫਿਕਟੀਸ਼ੀਅਸ ਬਣਾ ਕੇ, ਜਿਹੜੀ ਕਿ ਸਟੂਡੈਂਟ ਦੇ ਬਿਹਾਫ ਤੇ ਐਕਟ ਕਰਦੇ ਨੇ। ਉਹ ਗੋਸਟ ਨੇ। ਗੋਸਟ ਦਾ ਮਤਲਬ ਇਹ ਹੈਗਾ ਵੀ ਉਹ ਇਮੀਗ੍ਰੇਸ਼ਨ ਆਫਿਸਰ ਨੂੰ ਇਹ ਲੱਗਦਾ ਵੀ ਇਹ ਸੈਲਫ ਰਿਪਰੈਜ਼ੈਂਟਡ ਐਪਲੀਕੇਸ਼ਨ ਹੈ, ਇਹ ਸਟੂਡੈਂਟ ਹੀ ਐਪਲੀਕੇਸ਼ਨ ਦਾਇਰ ਕਰ ਰਿਹਾ, ਪਰ ਬਿਹਾਈਂਡ ਦ ਕਰਟਨ ਇੱਕ ਗੋਸਟ ਜਿਹੜਾ ਏਜੰਟ ਹੈ ਉਹ ਕੰਮ ਕਰ ਰਿਹਾ। ਨਾ ਸਰਕਾਰ ਨੇ ਤਾਂ ਬੜਾ ਸਖਤ ਕਾਨੂੰਨ ਬਣਾਇਆ ਹੋਇਆ ਹੈ। ਸਰਕਾਰ ਨੇ ਇਹ ਕਾਨੂੰਨ ਬਣਾਇਆ ਹੋਇਆ ਵੀ ਜੇ ਤੁਸੀਂ ਕਿਸੇ ਨੂੰ ਪੇ ਕਰ ਰਹੇ ਹੋ ਤਾਂ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਹੋਣਾ ਚਾਹੀਦਾ, ਚਾਹੇ ਤਾਂ ਉਹ ਲਾਇਸੈਂਸ ਹੋਲਡਰ ਹੋਵੇ ਕੰਸਲਟਿੰਗ ਬਾਡੀ ਦਾ, ਰੈਗੂਲੇਟਰੀ ਬਾਡੀ ਦਾ, ਜਾਂ ਫਿਰ ਉਹ ਕੈਨੇਡੀਅਨ ਲਾਇਰ ਹੋਣਾ ਚਾਹੀਦਾ, ਜਾਂ ਨੋਟਰੀ ਹੋਣਾ ਚਾਹੀਦਾ ਕਿਊਬੈਕ ਦਾ, ਰਾਈਟ। ਸੋ ਉਹਦਾ ਸਭ ਤੋਂ ਬੜਾ ਰੀਜ਼ਨ ਇਹ ਸੀ ਸਿਰਫ ਉਹ ਵਿਅਕਤੀ ਹੀ ਇਹਨਾਂ ਜਿਹੜੀਆਂ ਸੁਸਾਇਟੀਜ਼ ਨੇ ਜਾਂ ਜਿਹੜੀ ਕੰਸਲਟਿੰਗ ਰੈਗੂਲੇਟਰੀ ਬਾਡੀਜ਼ ਨੇ ਉਹਨਾਂ ਦਾ ਮੈਂਬਰ ਤਾਂ ਹੀ ਬਣ ਸਕਦਾ ਜੇ ਉਹ PR ਹੈ ਜਾਂ ਸਿਟੀਜ਼ਨ ਹੈ ਕੈਨੇਡਾ ਦਾ। ਸੋ ਇਸ ਹਿਸਾਬ ਦੇ ਨਾਲ ਤੇ ਫਿਰ ਕਿਸੇ ਹੋਰ ਮੁਲਕ 'ਚ ਬੈਠੇ ਕੰਸਲਟੈਂਟ ਜਾਂ ਏਜੰਟਸ ਤੇ ਵੀਜ਼ਾ ਲਾ ਹੀ ਨਹੀਂ ਸਕਦੇ? ਨਹੀਂ ਲਾ ਸਕਦੇ। ਉਹ ਆਪਣੇ ਆਪ ਨੂੰ ਰਿਪਰੈਜ਼ੈਂਟ ਕਰ ਹੀ ਨਹੀਂ ਸਕਦੇ। ਉਹ ਫ੍ਰੀ ਕਰਕੇ ਤਾਂ ਕਰ ਸਕਦੇ ਨੇ ਵੀ ਮੈਂ ਇਹਦਾ ਫੈਮਿਲੀ ਆ, ਫਰੈਂਡ ਆ ਜਾਂ ਕੁਛ ਹੈਗਾ, ਉਵੇਂ ਤਾਂ ਉਹ ਕਰ ਸਕਦੇ ਨੇ। ਪਰ ਇਹ ਇੱਥੇ ਜਿਹੜੀ ਸਭ ਤੋਂ ਬੜਾ ਕਸੂਰ ਬਣਦਾ ਨੇ ਉਹ ਐਜੂਕੇਸ਼ਨਲ ਇੰਸਟੀਟਿਊਟਸ ਦਾ ਬਣਦਾ। ਜੇ ਸਰਕਾਰ ਨੇ ਇਹ ਸਖਤ ਕਾਨੂੰਨ ਹੈ ਕੈਨੇਡਾ 'ਚ, ਇਹ ਇੰਸਟੀਟਿਊਟ ਤਾਂ ਕੈਨੇਡਾ ਦੇ ਇੰਸਟੀਟਿਊਟਸ ਨੇ ਨਾ, ਜੇ ਕੈਨੇਡਾ ਦੇ ਇੰਸਟੀਟਿਊਟਸ ਇਹ ਰੂਲ ਪਾਸ ਕਰ ਦੇਣ ਵੀ ਜੇ ਸਾਡਾ ਕੋਈ ਏਜੰਟ ਹੋਊਗਾ ਉਹਦੇ ਕੋਲ ਚਾਹੇ ਤਾਂ ਉਹ ਲਾਇਰ ਹੋ ਸਕਦਾ ਜਾਂ ਉਹ ਰੈਗੂਲੇਟਰੀ ਬਾਡੀ ਜਿਹੜੀ ਕੰਸਲਟੈਂਟਸ ਦੀ ਹੈ ਉਹਦਾ ਮੈਂਬਰ ਹੋ ਸਕਦਾ ਇਨ ਗੁੱਡ ਸਟੈਂਡਿੰਗ, ਜਾਂ ਕਿਊਬੈਕ ਦੇ ਨੋਟਰੀ ਹੋ ਸਕਦੀ ਹੈ। ਇਹੋ ਜਿਹਾ ਐਪੀਸੋਡ ਹੋਣਾ ਬਹੁਤ ਮੁਸ਼ਕਿਲ ਹੋਊਗਾ ਜੇ ਕੋਈ ਕਰੂਗਾ, ਕਿਉਂਕਿ ਉਹ ਇੰਡੀਵਿਜੂਅਲ ਕੈਨੇਡੀਅਨ ਹੈ। ਇਹਦਾ ਹੱਲ ਤੇ ਇਹੀ ਆ ਫਿਰ। ਬਿਲਕੁਲ, ਉਹਨੂੰ ਤਾਂ ਇਮੀਡੀਏਟਲੀ ਪੈਨਲਾਈਜ਼ ਕੀਤਾ ਜਾ ਸਕਦਾ। ਕਿੰਨੇ ਲਾਇਰ ਨੇ ਲੂਜ਼ ਕਰਦੇ ਲਾਇਸੈਂਸ, ਕਿੰਨੇ ਕੰਸਲਟੈਂਟਸ ਨੇ ਲੂਜ਼ ਕਰਦੇ ਲਾਇਸੈਂਸ। ਮਤਲਬ ਜਿਹੜਾ ਕਿਉਂਕਿ ਹੁਣ ਇਹ ਕੈਨੇਡੀਅਨ ਗਵਰਨਮੈਂਟ ਦਾ ਇੰਡੀਆ 'ਚ ਬੈਠੇ ਕਿਸੇ ਕੰਸਲਟੈਂਟ ਦੇ ਉੱਤੇ ਕੋਈ ਚੈੱਕ ਨਹੀਂ ਹੈਗਾ, ਕਿਸੇ ਏਜੰਟ ਤੇ ਕੋਈ ਚੈੱਕ ਨਹੀਂ, ਉਹਨੂੰ ਨਾ ਸਜ਼ਾ ਦਵਾ ਸਕਦੇ ਆ, ਨਾ ਉਹਨੂੰ ਕੋਈ ਬੈਨ ਕਰ ਸਕਦੇ, ਨਾ ਕੁਝ ਕਰ ਸਕਦੇ ਆ। ਉਹਨਾਂ ਦੇ ਤਾਂ ਆਫਿਸ ਵੀ ਨਹੀਂ ਵੜ ਸਕਦੇ, ਕੁਝ ਵੀ ਨਹੀਂ ਕਰ ਸਕਦੇ। ਸੋ ਹੋਣਾ ਤੇ ਫਿਰ ਇਹੀ ਚਾਹੀਦਾ ਕਿ ਸਾਰਾ ਪ੍ਰੋਸੈਸ ਜਿਹੜਾ ਆ ਕੋਈ ਜਿਹੜਾ ਲਾਇਸੈਂਸ ਹੋਲਡਰ ਕੈਨੇਡਾ ਦਾ ਆ ਉਹਨੂੰ ਅਥਾਰਟੀ ਹੋਏ ਤੇ ਸਾਰੇ ਉਹਨੂੰ ਰਿਪਰੈਜ਼ੈਂਟ ਕਰਨ ਦੀ ਕਲਾਇੰਟ ਦੀ ਵੀ ਸਾਰੀ ਪਾਵਰ ਫਿਰ ਇੱਥੇ ਹੀ ਸਾਰਿਆਂ ਕੋਲ ਆਵੇ। ਫਿਰ ਤੇ ਪਿੱਛੋਂ ਉਹ ਫਾਈਲਾਂ ਰੋਕਣੀਆਂ ਚਾਹੀਦੀਆਂ ਨੇ ਪ੍ਰੋਸੈਸ ਹੋਣੋਂ। ਬਿਲਕੁਲ, ਕਿਉਂਕਿ ਸਰਕਾਰ ਇਹ ਕਰ ਨਹੀਂ ਰਹੀ। ਸਰਕਾਰ ਨੇ ਇਹ ਜਿਹੜੀ ਚੀਜ਼ ਕੀਤੀ ਹੋਈ ਹੈ, ਸਰਕਾਰ ਨੇ ਚਲੋ ਇੱਕ ਚੀਜ਼ ਤਾਂ ਕੀਤੀ ਹੋਈ ਹੈ, ਵੈਬਸਾਈਟ ਤੇ ਪਾਇਆ ਹੋਇਆ ਵੀ ਤੁਹਾਡਾ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਕੌਣ ਹੋਊਗਾ, ਪਰ ਜਿਹੜੇ ਆਮ ਲੋਕੀ ਨੇ ਉਹਨਾਂ ਨੂੰ ਇੰਨੀ ਨੌਲੇਜ ਹੀ ਨਹੀਂ ਹੈ। ਇਸ ਐਪੀਸੋਡ ਤੋਂ ਬਾਅਦ ਤਾਂ ਬਹੁਤ ਬੜੀ ਨੌਲੇਜ ਹੋ ਗਈ ਹੋਊਗੀ ਮੇਰੇ ਹਿਸਾਬ ਨਾਲ। ਤਾਂ ਜਿਹੜੇ ਆਉਣ ਵਾਲੇ ਵਿਅਕਤੀ ਨੇ ਉਹ ਜ਼ਰੂਰ ਪੁੱਛਣ ਵੀ ਤੁਹਾਡਾ ਲਾਇਸੈਂਸ ਕੈਨੇਡਾ 'ਚ ਹੈ, ਹਿੰਦੁਸਤਾਨ ਦੇ ਲਾਇਸੈਂਸ ਦੀ ਕੋਈ ਵੈਲਿਊ ਨਹੀਂ ਹੈ। ਪਰ ਮੇਰਾ ਖਿਆਲ ਨਹੀਂ ਲੋਕ ਪੁੱਛਣਗੇ ਜੇ ਵੀ। ਦੇਖੋ ਐਡਾ ਬੜਾ ਐਪੀਸੋਡ ਹੋ ਗਿਆ, ਇਟਸ ਅ ਨੈਸ਼ਨਲ ਨਿਊਜ਼, ਇੰਟਰਨੈਸ਼ਨਲ ਨਿਊਜ਼ ਹੈ। ਠੀਕ ਹੈ, ਪਰ ਉਹ ਲੋਕ ਜਿਹੜਾ ਮੰਨ ਲਓ ਹੁਣ ਅੱਜ ਪੰਜਾਬ ਦੇ ਵਿੱਚ ਇੱਕ ਬੱਚਾ ਬੈਠਾ ਕਿਸੇ ਪੰਜਾਬ ਦੇ ਪਿੰਡ ਵਿੱਚ, ਉਹ ਇਹ ਵੇਟ ਕਰੇ ਵੀ ਮੈਂ ਇੱਕ ਲਾਇਸੈਂਸ ਹੋਲਡਰ ਕੋਲੋਂ ਫਾਈਲ ਲਵਾਉਣੀ ਆ ਕਿ ਜਾਂ ਫਿਰ ਜਿਹੜਾ ਉਹਨੂੰ ਨੀਅਰੈਸਟ ਅਵੇਲੇਬਲ ਆ ਉਹਦੇ ਕੋਲ ਜਾਊਗਾ ਜੀ। ਪਰ ਜੇ ਇਹਦਾ ਮਤਲਬ ਕੈਨੇਡੀਅਨ ਸਰਕਾਰ ਨੂੰ ਵੀ ਉਹਨਾਂ ਹੀ ਚੁਕੰਨਾ ਹੋਣਾ ਚਾਹੀਦਾ। ਕੈਨੇਡੀਅਨ ਸਰਕਾਰ ਨੂੰ ਇਹ ਜਿਹੜੇ ਇੱਥੋਂ ਦੇ ਐਜੂਕੇਸ਼ਨ ਇੰਸਟੀਟਿਊਟਸ ਨੇ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਜੇ ਤੁਸੀਂ ਕਿਸੇ ਨੂੰ ਏਜੰਟ ਬਣਾਉਣਾ ਤਾਂ ਉਹ ਲਾਇਸੈਂਸਡ ਹੋਲਡਰ ਹੋਣਾ ਚਾਹੀਦਾ ਤੇ ਪ੍ਰੋਬਲਮ ਸੋਲਵ ਹੋ ਜੂ। ਬਿਲਕੁਲ, ਉਹ ਪ੍ਰੋਬਲਮ ਸੋਲਵ ਹੋ ਜੂ। ਅਦਰਵਾਈਜ਼ ਉਹਨਾਂ ਤੋਂ ਏਜੰਟਸ ਤੋਂ ਐਪਲੀਕੇਸ਼ਨ ਨਾ ਲੈਣਾ। ਇਹ ਕੇਸ ਦੇ ਵਿੱਚ ਜਿਹੜੀ ਯੂਨੀਕ ਸਰਕਮਸਟੈਂਸ ਸੀ, ਕਾਲਜ ਨੂੰ ਤਾਂ ਇਨਫੋਰਮੇਸ਼ਨ ਹੈ ਹੀ ਨਹੀਂ ਸੀ। ਕਾਲਜ ਨੂੰ ਕੀ ਪਤਾ? ਠੀਕ ਹੈ, ਕਿਉਂਕਿ ਉਹ ਤਾਂ ਕਿਸੇ ਵੀ ਕਾਲਜ ਜਿਹੜਾ A ਕੈਟਾਗਰੀ ਦਾ ਕਾਲਜ ਹੈ, ਪਬਲਿਕ ਫੰਡਡ ਕਾਲਜ ਹੈ, ਉਹਦੇ ਨਾਂ ਤੇ ਉਹਨਾਂ ਨੇ ਗਲਤ ਡਾਕੂਮੈਂਟ ਬਣਾਏ ਤੇ ਦਾਇਰ ਕਰਤੇ। ਸਟੂਡੈਂਟ ਨੂੰ ਇਹਦੀ ਜਾਣਕਾਰੀ ਨਹੀਂ ਸੀ। ਸਟੂਡੈਂਟ ਦੀ ਪਲੀ ਵੀ ਇਹੀ ਹੈ ਵੀ ਇਨੋਸੈਂਟ ਮਿਸਰਿਪਰੈਜ਼ੈਂਟੇਸ਼ਨ ਹੈ। ਪਰ ਇਹਦੇ ਵਿੱਚ ਜਿਹੜਾ ਵੀਜ਼ਾ ਆਫਿਸਰ ਆ ਜਿਹਨੇ ਵੀਜ਼ਾ ਗ੍ਰਾਂਟ ਕੀਤਾ ਆ,
ਉਹਦਾ ਤੇ ਫਰਜ਼ ਬਣਦਾ ਹੈ। ਫਿਰ ਇਹਦੇ ਵਿੱਚ ਬੱਚਿਆਂ ਨਾਲੋਂ ਜ਼ਿਆਦਾ ਕਸੂਰਵਾਰ ਉਹ ਆਫੀਸਰ ਨਹੀਂ ਆ ਜਿਹਨੇ ਵੀਜ਼ਾ ਗ੍ਰਾਂਟ ਕਰ ਦਿੱਤਾ ਇੱਕ ਫਰਜ਼ੀ ਡਾਕੂਮੈਂਟਸ ਦੇ ਉੱਤੇ। ਮਤਲਬ ਕੈਨੇਡਾ ਦੀ ਬੋਡੀ ਕੋਲੋਂ ਉਹ ਚੈੱਕ ਹੀ ਨਹੀਂ ਹੈਗਾ ਵੀ ਉਹ ਪ੍ਰੋਪਰਲੀ ਵੈਰੀਫਾਈ ਕਰ ਸਕਣ। ਇੱਦਾਂ ਤੇ ਕੋਈ ਵੀ ਕ੍ਰਿਮੀਨਲ, ਇੱਦਾਂ ਕਿੰਨੀਆਂ ਹੁਣ ਖਬਰਾਂ ਨੇ ਕਿ ਉੱਥੋਂ ਕੋਈ ਕਤਲ ਹੁੰਦਾ ਹੈ ਤੇ ਕ੍ਰਿਮੀਨਲ ਆ ਕੇ ਕੈਨੇਡਾ 'ਚ ਬਹਿ ਗਿਆ ਜੀ, ਫਲਾਣੇ ਦਾ ਇੰਸੀਡੈਂਟ ਹੋਇਆ ਉਹ ਕੈਨੇਡਾ 'ਚ ਆ ਗਏ ਜੀ। ਇਹ ਤੇ ਫਿਰ ਇਸ ਹਿਸਾਬ ਨਾਲ ਤੇ ਕ੍ਰਿਮੀਨਲਸ ਦਾ ਗੜ ਬਣ ਜੂਗਾ ਆਉਣ ਵਾਲੇ ਸਮੇਂ 'ਚ। ਦੈਟਸ ਅ ਵੈਰੀ ਗੁੱਡ ਕੁਐਸਚਨ ਜਿਹੜਾ ਤੁਹਾਡਾ ਇਹ ਕਾਫੀ ਲੋਕਾਂ ਦੇ ਮਨ 'ਚ ਵੀ ਸਵਾਲ ਆਉਂਦਾ ਵੀ ਜਿਹੜਾ ਸਾਰਾ ਕਸੂਰ ਹੈ ਆਫਿਸਰ ਦਾ ਕਸੂਰ ਹੈ। ਹੁੰਦਾ ਕੀ ਹੈ, ਜਦੋਂ ਤੁਸੀਂ ਟੈਂਪਰੇਰੀ ਨੇਚਰ ਦਾ ਕੋਈ ਵੀਜ਼ਾ ਅਪਲਾਈ ਕਰਨਾ ਤਾਂ ਡਾਕੂਮੈਂਟਸ ਵੈਰੀਫਿਕੇਸ਼ਨ ਜਿਹੜੀ ਆ ਉਹ ਥਰਡ ਪਾਰਟੀ ਤੋਂ ਕਰਾਉਣੀ ਬਹੁਤ ਪੋਸੀਬਲ ਨਹੀਂ ਹੁੰਦੀ। ਸਰਕਮਸਟੈਂਸਸ ਇਹੋ ਜਿਹੇ ਹੁੰਦੇ ਨੇ ਜਿੱਥੇ ਗਵਰਨਮੈਂਟ ਕੋਲ ਇੰਨੇ ਲਿਮਿਟਡ ਰਿਸੋਰਸਿਸ ਹੁੰਦੇ ਨੇ। ਈਵਨ ਦੋ ਟੈਕਨੋਲੋਜੀ ਅੱਜ ਕੱਲ੍ਹ ਹੈਗੀ ਹੈ ਬਟ ਟਾਈਮ ਇੰਨਾ ਸੈਂਸਿਟਿਵ ਹੁੰਦਾ ਵੀ ਉਹਨਾਂ ਨੂੰ ਫੇਸ ਵੈਲਿਊ ਤੇ ਚੱਲਣਾ ਪੈਂਦਾ। ਨਾ ਇਹ ਚੀਜ਼ ਸਰਫੇਸ ਕਿੱਥੋਂ ਹੁੰਦੀ ਹੈ? ਸਰਕਾਰ ਕਹਿੰਦੀ ਤੁਸੀਂ ਝੂਠ ਬੋਲ ਕੇ ਆ ਤਾਂ ਗਏ, ਕਿਉਂਕਿ ਜਦੋਂ ਤੁਸੀਂ PR ਅਪਲਾਈ ਕਰਨੀ ਹੈ ਉਦੋਂ ਬੈਕਗ੍ਰਾਉਂਡ ਚੈੱਕ ਕਰਦੇ ਆ, ਫਿਰ ਸਾਰਾ ਸਕੈਨ ਕਰਦੇ ਆ। ਯੈਸ, ਉਹ ਕਹਿੰਦੇ ਜੇ ਤੁਸੀਂ ਪਹਿਲਾ ਫਿਲਟਰ ਚੋਂ ਨਿਕਲ ਗਏ ਤਾਂ ਦੂਜੀ ਵਾਰ ਜਦੋਂ ਤੁਸੀਂ PR ਲੈਣੀ ਹੈ, ਜਿਹੜੇ ਕਿ ਸਟੂਡੈਂਟਸ ਨਾਲ ਹੋਇਆ, ਜਦੋਂ ਵਰਕ ਪਰਮਿਟ ਮਿਲਿਆ ਉਹ ਇਹਨਾਂ ਬੱਚਿਆਂ ਨੂੰ, ਉਦੋਂ ਵੀ ਚੈੱਕ ਨਹੀਂ ਕਰਦੇ ਕੁਝ ਵੀ? ਉਦੋਂ ਵੀ ਉਹਨਾਂ ਨੇ ਸਿਰਫ ਫੇਸ ਵੈਲਿਊ ਤੇ ਗਏ। ਤਾਂ ਫੇਸ ਵੈਲਿਊ ਤੇ ਜਾ ਕੇ ਇਹ ਚੀਜ਼ ਸਰਫੇਸ ਹੋਈ, ਰਾਈਟ? ਮਤਲਬ ਜੋ ਕਾਗਜ਼ ਪੱਤਰ ਸੀ ਉਹਨਾਂ ਨੂੰ ਸੱਚ ਮੰਨ ਲੈਂਦੇ, ਉਹਨਾਂ ਨੂੰ ਸੱਚ ਮੰਨ ਲੈਂਦੇ ਨੇ ਉਹਦੀ ਵੈਲਿਊ ਨੂੰ। ਜਿਵੇਂ ਫੋਰ ਐਗਜ਼ਾਮਪਲ ਕੋਈ ਵਿਜ਼ਿਟਰ ਵੀਜ਼ਾ ਅਪਲਾਈ ਕਰਦਾ, ਉਹਦੇ 'ਚ ਕਈ ਇਹੋ ਜਿਹੇ ਏਜੰਟਸ ਇੰਡੀਆ 'ਚ ਬੈਠੇ ਨੇ ਜਿਹੜੇ ਕਹਿੰਦੇ ਨੇ ਵੀ ਇਹ ਤਾਂ ਜੀ PM ਆਫਿਸ ਕੰਮ ਕਰਦਾ, ਤਾਂ ਸਰਕਾਰੀ ਨੌਕਰੀ 'ਚ ਕੰਮ ਕਰਦਾ, ਇਹਦਾ ਤਾਂ ਵਿਆਹ ਹੋਇਆ ਤੇ 2 ਬੱਚੇ ਨੇ, ਕੋਈ ਵੈਰੀਫਿਕੇਸ਼ਨ ਹੁੰਦੀ ਹੈ? ਨਹੀਂ, ਕਿਉਂਕਿ ਟਾਈਮ ਨਹੀਂ ਹੁੰਦਾ। ਅੱਜ ਕੱਲ੍ਹ ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ, ਚਨੂਕ ਸਿਸਟਮ ਹੈ ਜਿਹੜਾ ਯੂਜ਼ ਕਰਦੇ ਨੇ, ਤਾਂ ਕੰਪਿਊਟਰ ਕਿੱਥੋਂ ਵੈਰੀਫਾਈ ਕਰੂਗਾ? ਤਾਂ ਉਹ ਇਨਫੋਰਮੇਸ਼ਨ ਤਾਂ ਵੈਰੀਫਾਈ ਨਹੀਂ ਹੁੰਦੀ, ਕਿਉਂਕਿ ਗਵਰਨਮੈਂਟ ਇਹ ਮੰਨਦੀ ਹੈ ਵੀ ਅੱਜ ਤੁਸੀਂ ਇਹ ਫਿਲਟਰ 'ਚੋਂ ਕ੍ਰਾਸ ਕਰ ਗਏ, ਕੱਲ੍ਹ ਨੂੰ ਜੇ ਤੁਸੀਂ PR ਕਦੇ ਲੈਣੀ ਹੈ ਕੈਨੇਡਾ ਦੀ ਤਾਂ ਅਸੀਂ ਸਾਰਾ ਤੁਹਾਡੀ ਪਿਛਲੀ ਹਿਸਟਰੀ ਦੇਖਾਂਗੇ। ਜੇ ਤੁਸੀਂ ਕਿਤੇ ਵੀ ਫੜੇ ਗਏ, ਚਾਹੇ ਉਹ ਡਾਇਰੈਕਟਲੀ ਇਨਫੋਰਮੇਸ਼ਨ ਆਈ ਹੈ ਜਾਂ ਇਨਡਾਇਰੈਕਟਲੀ ਆਈ ਹੈ, ਤਾਂ ਮਿਸਰਿਪ੍ਰੈਜ਼ੈਂਟੇਸ਼ਨ ਦੇ ਦੋਸ਼ ਤੇ ਤੁਹਾਨੂੰ ਘੇਰਿਆ ਜਾਊਗਾ, ਜਿਹੜਾ ਕਿ ਸਟੂਡੈਂਟਸ ਨਾਲ ਹੋ ਰਿਹਾ। ਨਾ ਸਟੂਡੈਂਟਸ ਇਨੋਸੈਂਟ ਮਿਸਰਿਪ੍ਰੈਜ਼ੈਂਟੇਸ਼ਨ ਦੀ ਪਲੀ ਲੈ ਰਹੇ ਨੇ। ਨਾ ਇਨੋਸੈਂਟ ਮਿਸਰਿਪ੍ਰੈਜ਼ੈਂਟੇਸ਼ਨ ਦੇ ਜਿਹੜੇ ਸਟੈਂਡਰਡਸ ਨੇ ਉਹ ਬਹੁਤ ਹੀ ਹਾਈ ਨੇ। ਉਹਦੇ 'ਚ ਤੁਹਾਨੂੰ ਪ੍ਰੂਵ ਕਰਨਾ ਪੈਂਦਾ ਵੀ ਜਿਹੜੀ ਮਿਸਰਿਪ੍ਰੈਜ਼ੈਂਟੇਸ਼ਨ ਹੋਈ ਹੈ ਉਹ ਇਹਨਾਂ ਨੂੰ ਬਿਲਕੁਲ ਕੋਈ ਐਬਸੋਲੂਟਲੀ ਨੌਲੇਜ ਨਹੀਂ ਸੀ। ਉਹ ਮਿਸਰਿਪ੍ਰੈਜ਼ੈਂਟੇਸ਼ਨ ਨਾ ਇਹ ਪਾਰਟੀ ਸੀ, ਨਾ ਉਹ ਐਬਸੋਲੂਟਲੀ ਉਹ ਚੀਜ਼ ਦੀ ਨੌਲੇਜ ਸੀ। ਇਹਨਾਂ ਦੇ ਕੇਸ ਦੇ ਵਿੱਚ ਇੱਕੋ ਦਿੱਕਤ ਆਉਂਦੀ ਹੈ ਵੀ ਜੇ ਚੀਜ਼ ਸਰਫੇਸ ਹੋਈ ਸੀ ਤਾਂ ਸਟੂਡੈਂਟ ਦੀ ਜ਼ਿੰਮੇਵਾਰੀ ਬਣਦੀ ਹੈ। ਸਟੂਡੈਂਟ ਦੇ ਕੋਲ ਐਕਸੈਸ ਕੋਡ ਹੈ ਕਾਲਜ ਦਾ, ਤੇ ਸਟੂਡੈਂਟ ਨੇ ਕੋਈ ਵੀ ਈਮੇਲ ਨਹੀਂ ਕੀਤੀ, ਕੋਈ ਵੈਰੀਫਿਕੇਸ਼ਨ ਨਹੀਂ ਕੀਤੀ। ਸਟੂਡੈਂਟ ਕੈਨੇਡਾ ਦੇ ਵਿੱਚ ਦਾਖਲ ਹੋਇਆ, ਕਦੇ ਵੀ ਉਹਨਾਂ ਦੇ ਆਫਿਸ ਦੇ ਵਿੱਚ ਨਹੀਂ ਗਿਆ ਜਾਂ ਗਿਆ। ਨਾਰਮਲ ਤੌਰ ਤੇ ਕੋਈ ਵੀ ਬੱਚਾ ਨਹੀਂ ਕਰਦਾ ਇਹਦਾ। ਕਰਨਾ ਚਾਹੀਦਾ, ਉਹ ਕਹਿੰਦੇ ਨੇ ਵੀ ਤੁਹਾਡੀ ਜ਼ਿੰਮੇਵਾਰੀ ਹੈ, ਇਹੀ ਕਹਿ ਕੇ ਤਾਂ ਕੇਸ ਹਾਰ ਰਹੇ ਨੇ ਸਟੂਡੈਂਟ। ਉਸ ਚੀਜ਼ ਦੀ ਅਵੇਅਰਨੈਸ ਵੀ ਨਹੀਂ ਨਾ ਹੈਗੀ ਜੀ। ਪਰ ਜਦੋਂ ਇੱਕ ਨਵਾਂ ਬੱਚਾ, ਮੰਨ ਲਓ ਇੱਕ ਕਲੀਨ ਕਾਗਜ਼, ਕੋਰਾ ਕਾਗਜ਼ ਕੈਨੇਡਾ ਦੇ ਵਿੱਚ ਆ ਰਿਹਾ, ਬਾਰ-ਬਾਰ ਇਸ਼ੂ ਚੱਲਦਾ ਹੈ ਵੀ ਨਵਾਂ ਬੱਚਾ ਆ ਰਿਹਾ ਉਹਨੂੰ ਕਾਉਂਸਲਿੰਗ ਪ੍ਰੋਪਰ ਦਿੱਤਾ ਜਾਏ। ਇੱਕ ਉਸ ਦੇਸ਼ 'ਚੋਂ ਬੱਚਾ ਆ ਰਿਹਾ ਜਿੱਥੇ ਸਿਸਟਮ ਉਹਨਾਂ ਤਗੜਾ ਨਹੀਂ, ਇਸ ਦੇਸ਼ 'ਚ ਆ ਰਿਹਾ ਜਿੱਥੇ ਸਿਸਟਮੈਟਿਕਲੀ ਚੀਜ਼ਾਂ ਚੱਲਦੀਆਂ ਨੇ। ਕਿ ਉਹਨੂੰ ਆਉਂਦਿਆਂ ਫਿਰ ਕਾਉਂਸਲਿੰਗ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਸਮਝਾਉਣਾ ਫਿਰ ਗਵਰਨਮੈਂਟ ਦਾ ਫਰਜ਼ ਬਣਦਾ ਕਿ ਇੱਕ ਨਵਾਂ ਬੰਦਾ ਦੇਸ਼ 'ਚ ਆ ਰਿਹਾ, ਕਿ ਜਾਂ ਫਿਰ ਅਸੀਂ ਇੱਦਾਂ ਐਕਸਪੈਕਟ ਕਰੀਏ ਕਿ ਜਿਹੜਾ ਨਵਾਂ ਆ ਰਿਹਾ ਉਹਦਾ ਫਰਜ਼ ਬਣਦਾ ਹੈ ਵੀ ਜਿੱਥੇ ਚੱਲਿਆ ਉੱਥੋਂ ਦੀਆਂ ਨਵੀਆਂ ਚੀਜ਼ਾਂ ਸਾਰੀਆਂ ਸਿੱਖ ਕੇ ਚੱਲੇ। 100% ਜਿਹੜੀ ਅਲਟੀਮੇਟਲੀ ਜਿਹੜਾ ਇੰਡੀਵਿਜੂਅਲ ਕੈਨੇਡਾ ਦੇ ਵਿੱਚ ਦਾਖਲ ਹੋ ਰਿਹਾ ਉਹ ਇੱਕ ਐਕਸੈਪਟੈਂਸ ਦਿਖਾ ਰਿਹਾ ਵੀ ਮੈਂ ਕਾਲਜ 'ਚ ਜਾ ਰਿਹਾ ਤੇ ਮੈਂ ਇੱਥੇ ਪੜ੍ਹੂੰਗਾ। ਉਹ ਤੋਂ ਬਾਅਦ ਉਹ ਜਿਹੜੀ ਸਟੇਟਮੈਂਟ ਆਫ ਪਰਪਸ ਵੀ ਅਟੈਚ ਕਰਦਾ ਵੀ ਮੈਂ ਇਹ ਕੋਰਸ ਕਰਨ ਨਾਲ ਮੈਨੂੰ ਕੀ ਫਾਇਦਾ ਹੋਣਾ, ਉਹ ਸਾਰਾ ਕੁਝ ਤਾਂ ਲਿਖ ਕੇ ਦੇ ਰਿਹਾ। ਈਵਨ ਦੋ ਏਜੰਟ ਉਹਦਾ ਲਿਖ ਕੇ ਦੇ ਰਿਹਾ, ਚਲੋ ਉਹ ਨਹੀਂ ਦੇ ਰਿਹਾ, ਪਰ ਉਹ ਸਾਰਾ ਕੁਝ ਤਾਂ ਆਪ ਸਾਈਨ ਕਰ ਰਿਹਾ। ਹੁਣ ਕਈ ਸਟੂਡੈਂਟਸ ਤਾਂ ਕਹਿੰਦੇ ਸਾਡੇ ਸਿਗਨੇਚਰਸ ਵੀ ਨਹੀਂ ਹੈਗੇ ਜਿਹੜੇ ਦਾਇਰ ਹੋਈ ਹੈ ਐਪਲੀਕੇਸ਼ਨ, ਕਈਆਂ ਦੇ ਸਿਗਨੇਚਰਸ ਵੀ ਨਹੀਂ। ਸੋ ਕਈ ਕੇਸ ਜਿਹੜੇ ਨੇ ਵੱਖਰੇ ਨੇ। ਬਟ ਜਿਹੜਾ ਸਟੈਂਡਰਡ ਹੈਗਾ ਇਨੋਸੈਂਟ ਮਿਸਰਿਪ੍ਰੈਜ਼ੈਂਟੇਸ਼ਨ ਦਾ, ਕੁਝ ਕੇਸ ਲਾਜ਼ ਹੈਗੇ ਆ ਜਿੱਥੇ ਕੋਰਟ ਨੇ ਮੰਨਿਆ ਵੀ ਯੈਸ ਇਨੋਸੈਂਟ ਮਿਸਰਿਪ੍ਰੈਜ਼ੈਂਟੇਸ਼ਨ ਅਸੀਂ ਤੁਹਾਨੂੰ ਛੱਡ ਸਕਦੇ ਆ। ਬਟ ਇਹਨਾਂ ਦਾ ਪ੍ਰੋਬਲਮ ਵੀਕ ਉੱਥੇ ਪੈਂਦਾ ਕੇਸ ਜਿੱਥੇ ਆ ਕੇ ਇੰਡੀਵਿਜੂਅਲ ਕੈਨੇਡਾ ਦੇ ਵਿੱਚ ਦਾਖਲ ਹੋਇਆ ਔਰ ਇਹ ਚੀਜ਼ ਉਹਨਾਂ ਨੇ ਕਾਲਜ ਤੱਕ ਨਹੀਂ ਗਏ, ਆਪਣੇ ਕਾਲਜ ਵੀ ਚੇਂਜ ਕਰ ਲਿਆ। ਉੱਥੋਂ ਕਈ ਇੰਡੀਵਿਜੂਅਲ ਗਏ ਕਾਲਜ, ਉਹਨਾਂ ਨੂੰ ਪਤਾ ਵੀ ਲੱਗਿਆ ਵੀ ਸਾਡੀ ਐਡਮਿਸ਼ਨ ਹੈ ਨਹੀਂ, ਪਰ ਉਹ ਚੁੱਪ ਕਰਕੇ ਇਸ ਗੱਲ ਤੋਂ ਡਰ ਗਏ ਵੀ ਯਾਰ ਜੇ ਅਸੀਂ ਇਹ ਚੀਜ਼ ਬਾਹਰ ਕੱਢੀ ਤਾਂ ਪ੍ਰੋਬਲਮ ਆ ਜਾਊਗੀ। ਸੋ ਹਰੇਕ ਦੀ ਆਪਣੀ ਸਟੋਰੀ ਹੈ। ਮੰਨ ਲਓ ਜੇ ਉਸ ਕੇਸ ਦੇ ਵਿੱਚ ਬੱਚਾ ਇੱਕ ਉਸ ਵਕਤ ਰੌਲਾ ਪਾਉਂਦਾ ਵੀ ਮੈਨੂੰ ਫਰਜ਼ੀ ਡਾਕੂਮੈਂਟਸ ਦੇ ਨਾਲ ਮੈਂ ਇੱਥੇ ਆ ਗਿਆ, ਮੈਂ ਕਾਲਜ ਵਿੱਚ ਰਜਿਸਟਰ ਨਹੀਂ ਹੈਗਾ ਜੀ, ਤੇ ਮੇਰਾ ਖਿਆਲ ਸ਼ਾਇਦ ਬੱਚੇ ਨੂੰ ਉਸੇ ਵੇਲੇ ਵਾਪਸ ਭੇਜ ਦਿੰਦੇ। ਯੈਸ, ਇੱਥੇ ਕੋਰਟ ਸੈਂਸਿਟਿਵ ਹੋ ਸਕਦੇ ਸੀ, ਯੂ ਆਰ ਰਾਈਟ। ਜੇ ਇਹ ਚੀਜ਼ ਖੁਦ ਸਟੂਡੈਂਟ ਲੈ ਕੇ ਆਉਂਦੇ ਮੂਹਰੇ ਵੀ ਸਾਡੇ ਨਾਲ ਧੋਖਾ ਹੋਇਆ, ਜੇ ਇਹੀ ਮੁਜ਼ਾਹਰਾ ਉਸ ਵਕਤ ਹੁੰਦਾ ਵੀ ਸਾਡੇ ਨਾਲ ਧੋਖਾ ਹੋ ਗਿਆ, ਸਾਨੂੰ ਇੱਥੇ ਐਦਾਂ ਏਜੰਟ ਨੇ ਭੇਜਤਾ, ਸਾਨੂੰ ਕੁਝ ਨਹੀਂ ਪਤਾ, ਉਹ ਫਿਰ ਕੋਰਟ ਬਿਲਕੁਲ ਸੈਂਸਿਟਿਵ ਹੋਣੇ ਸੀ। ਅੱਛਾ, ਤੇ ਹੁਣ ਤਾਂ ਉਹ ਕਹਿੰਦੇ ਵੀ ਤੁਹਾਡੇ ਆਪ ਦੀ ਵੀ ਰਿਸਪੌਂਸਿਬਿਲਟੀਜ਼ ਹੈ, ਉਹ ਰਿਸਪੌਂਸਿਬਿਲਟੀਜ਼ ਓਵਰਲੁੱਕ ਕੀਤੀਆਂ ਨਾ। ਮੈਂ ਸਰਕਾਰ ਤੇ ਆਉਣਾ ਹੀ, ਹੁਣ ਸਰਕਾਰ ਇਹ ਬਾਰ-ਬਾਰ ਸਟੇਟਮੈਂਟ ਤਾਂ ਦੇ ਰਹੀ ਹੈ, ਡਿਫੈਂਡ ਕਰ ਰਹੀ ਹੈ। ਹੁਣ
ਜਿਹੜਾ ਕਾਨੂੰਨ ਹੈ ਉਹ ਇੰਨਾ ਸਖਤ ਹੈ ਇਹਦਾ ਮਿਸਰਿਪਰੈਜ਼ੈਂਟੇਸ਼ਨ ਦਾ, ਉਹ ਜੇ ਇਹੀ ਜੀ ਕੋਈ ਵੀ ਇਨਫੋਰਮੇਸ਼ਨ ਕੰਸੀਲ ਕੀਤੀ ਜਾਂਦੀ ਹੈ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਤਾਂ ਤੁਹਾਨੂੰ ਕਸੂਰਵਾਰ ਮੰਨਿਆ ਜਾਂਦਾ, ਕਿਉਂ ਜੱਜ ਸਾਹਿਬ ਨੇ ਤਾਂ ਡਿਸੀਜਨ ਕਾਨੂੰਨ ਦੇ ਹਿਸਾਬ ਨਾਲ ਦੇਣਾ। ਤੋ ਇਹਨਾਂ ਦੇ ਜਿਹੜੇ ਆਪਣੇ ਵਕੀਲ ਸੀਗੇ ਜਿਹੜੇ ਆਪਦੇ ਰਿਮੂਵਲ ਨੂੰ ਡਿਫੈਂਡ ਕਰ ਰਹੇ ਸੀ ਵੀ ਇਹਨਾਂ ਨੂੰ ਕੱਢਣਾ ਚਾਹੀਦਾ ਕੈਨੇਡਾ ਚੋਂ, ਤਾਂ ਉਹਨਾਂ ਨੇ ਤਾਂ ਬੜੀ ਸਖਤੀ ਨਾਲ ਇਹਨੂੰ ਡਿਫੈਂਡ ਕੀਤਾ ਹੀ, ਹਰੇਕ ਪਲੇਟਫਾਰਮ ਤੇ ਡਿਫੈਂਡ ਕੀਤਾ। ਉਦੋਂ ਤਾਂ ਸਰਕਾਰ ਇਨਵੋਲਵ ਨਹੀਂ ਸੀ, ਇਹ ਤਾਂ ਅੱਜ ਸਟੂਡੈਂਟ ਆਪਣਾ ਭਾਈਚਾਰਾ ਇਕੱਠਾ ਹੋ ਰਿਹਾ ਔਰ ਵੱਧ ਤੋਂ ਵੱਧ ਸਪੋਰਟ ਕਰਨੀ ਚਾਹੀਦੀ ਹੈ ਸਟੂਡੈਂਟਸ ਦੀ ਐਟ ਦਿਸ ਪੁਆਇੰਟ। ਇਹ ਪਲੀਜ਼ ਮਤ ਸਮਝੋ ਵੀ ਇਹਦੇ 'ਚ ਸਟੂਡੈਂਟ ਕਸੂਰਵਾਰ ਨੇ, ਬਿਲਕੁਲ ਉਹ ਇਨੋਸੈਂਟ ਨੇ, ਉਹਨਾਂ ਨੂੰ ਇਨਫੋਰਮੇਸ਼ਨ ਨਹੀਂ ਸੀਗੀ। ਯੈਸ ਐਜ਼ ਯੂ ਸੈਡ ਵੀ ਇਹੋ ਜਿਹੇ ਮੁਲਕ ਤੋਂ ਕੋਈ ਆਉਂਦਾ ਜਿਹੜਾ ਡਿਪੈਂਡੈਂਟ ਹੈ ਵਿਚਾਰਾ, ਪੇਰੈਂਟਸ 'ਤੇ ਡਿਪੈਂਡੈਂਟ, ਉਹ ਤੋਂ ਬਾਅਦ ਉਹ ਆਪਣੇ ਏਜੰਟ 'ਤੇ ਡਿਪੈਂਡੈਂਟ ਹੋ ਗਿਆ, ਉਹ ਰਿਲਾਈ ਕਰ ਗਿਆ ਗੁੱਡ ਫੇਥ 'ਚ, ਤੇ ਉਹ ਤੋਂ ਬਾਅਦ ਉਹ ਸਟੈਪਸ ਵੀ ਲੈਂਦਾ ਰਿਹਾ। ਸਭ ਤੋਂ ਜ਼ਿਆਦਾ ਜ਼ਰੂਰੀ ਹੈ ਉਹ ਇੱਥੇ ਪੜ੍ਹਦੇ ਰਹੇ ਨੇ, ਉਹਨਾਂ ਨੇ ਆਪਣੀ ਜਿਹੜੀ ਸੈਕਸ਼ਨ 220 ਦੀ ਰਿਕੁਆਇਰਮੈਂਟ ਸੀ ਵੀ ਐਕਟਿਵਲੀ ਪਰਸਿਊ ਕਰਨਾ ਹੈ, ਸਾਰੀਆਂ ਕਲਾਸਿਸ ਲਾਉਣੀਆਂ ਨੇ, ਉਹ ਸਾਰੀਆਂ ਕੰਡੀਸ਼ਨ ਪੂਰੀਆਂ ਕੀਤੀਆਂ, ਪੋਸਟ ਗ੍ਰੈਜੂਏਟ ਵਰਕ ਪਰਮਿਟ ਹਾਸਲ ਕੀਤਾ। ਬਟ ਜਦੋਂ ਮੈਂ ਕਿਹਾ ਸੀ ਵੀ ਇਮੀਗ੍ਰੇਸ਼ਨ ਦੇ ਟਾਈਮ ਤੇ ਬੈਕਗਰਾਊਂਡ ਚੈੱਕ ਹੁੰਦਾ, ਉਹ ਬੈਕਗਰਾਊਂਡ ਚੈੱਕ 'ਚ ਫਸ ਗਏ, ਉੱਥੇ ਪ੍ਰੋਬਲਮ ਖੜੀ ਹੋ ਗਈ। ਅੱਛਾ, ਹੁਣ ਜਿਵੇਂ ਗਵਰਨਮੈਂਟ ਕਹਿੰਦੀ ਆ ਕਿ ਅਸੀਂ ਹੁਣ ਪ੍ਰੋਪਰਲੀ ਇਸ ਚੀਜ਼ ਦੀ ਵੈਰੀਫਿਕੇਸ਼ਨ ਕਰਾਂਗੇ ਕਿਹੜਾ ਬੱਚਾ ਜੈਨੂਅਨਲੀ ਰੋਂਗ ਆ ਤੇ ਜੈਨੂਅਨਲੀ, ਹੁਣ ਬੱਚਿਆਂ ਨੂੰ ਪ੍ਰੂਵ ਕਰਨਾ ਪਏਗਾ ਆਪਣੇ ਆਪ ਨੂੰ ਵੀ ਅਸੀਂ ਜੈਨੂਅਨਲੀ ਰਾਈਟ ਸੀਗੇ। ਜਸਟ ਇਨ ਕੇਸ ਜੇ ਅੱਜ ਦੇ ਜਾਂ ਕੱਲ੍ਹ ਦੇ ਬਿਆਨਾਂ ਤੋਂ, PM ਸਾਹਿਬ ਦੇ ਬਿਆਨਾਂ ਤੋਂ ਬਾਅਦ ਜੇ ਇੱਦਾਂ ਦੀ ਸਿਚੁਏਸ਼ਨ ਬਣਦੀ ਆ, ਕੀ ਬੱਚੇ ਪ੍ਰੂਵ ਕਰ ਪਾਉਣਗੇ ਵੀ ਮੈਂ ਜੈਨੂਅਨਲੀ ਸਹੀ ਸੀ ਜਾਂ ਜੈਨੂਅਨਲੀ ਰੋਂਗ ਸੀਗਾ? ਦੇਖੋ, ਸਰਕਾਰ ਨੂੰ ਕੋਈ ਬਲੈਂਕੇਟ ਅਪਰੂਵਲ ਪ੍ਰੋਸੈਸ ਲੈ ਕੇ ਆਉਣਾ ਪਊਗਾ। ਸਰਕਾਰ ਪੂਰੇ ਪ੍ਰੈਸ਼ਰ 'ਚ ਹੈ, ਪ੍ਰੈਸ਼ਰ ਇਸ ਲਈ ਹੈ ਸਟੂਡੈਂਟਸ ਨੂੰ ਪ੍ਰੈਸ਼ਰ ਬਣਾਇਆ, ਸਟੂਡੈਂਟ ਨੇ ਯੂਨਿਟੀ ਦਿਖਾਈ, ਕਮਿਊਨਿਟੀ ਨੇ ਯੂਨਿਟੀ ਦਿਖਾਈ, ਤਾਂ ਪ੍ਰੈਸ਼ਰ ਬਣਿਆ। ਨਾ ਸਰਕਾਰ ਇੱਕ ਕਮੇਟੀ ਫਾਰਮ ਕਰਨ ਨੂੰ ਕਹਿ ਰਹੀ ਹੈ, ਅਸੀਂ ਫਟਾਫਟ ਇੱਕ ਕਮੇਟੀ ਫਾਰਮ ਕਰ ਰਹੇ ਹਾਂ ਤੇ ਅਸੀਂ ਫਰਦਰ ਇਹ ਜਿਹੜੇ ਚੀਜ਼ਾਂ ਇਨਵੈਸਟੀਗੇਟ ਕਰਾਂਗੇ। ਆਫ ਕੋਰਸ ਸਰਕਾਰ ਕਾਨੂੰਨ ਤੋੜ ਕੇ ਤਾਂ ਨਹੀਂ ਜਾ ਸਕਦੀ, ਉਹ ਕਿਵੇਂ ਕਹਿ ਦੇਣਗੇ ਵੀ ਇਹ ਸੈਕਸ਼ਨ 40 ਐਪਲੀਕੇਬਲ ਨਹੀਂ ਹੈ ਤੁਹਾਡੇ 'ਤੇ, ਉਹ ਤਾਂ ਅਪਲਾਈ ਹੁੰਦਾ। ਪਰ ਸਰਕਾਰ ਕੋਈ ਨਾ ਕੋਈ ਬੈਕਗਰਾਊਂਡ ਰਸਤਾ ਲੱਭੇਗੀ ਜਿੱਥੇ ਇਹ ਚੀਜ਼ਾਂ ਜਿਹੜੀਆਂ ਨੇ ਸਰਕਾਰ ਦੇ ਹੱਥ 'ਚ ਹੈਗੀਆਂ ਵੀ ਜੇ ਪਾਰਲੀਮੈਂਟ ਦੇ ਥਰੂ ਇਹ ਚੀਜ਼ਾਂ ਕਰੈਕਟ ਹੋ ਸਕਦੀਆਂ ਨੇ। ਯੈਸ, ਸਰਕਾਰ ਕੋਈ ਨਾ ਕੋਈ ਇਹੋ ਜਿਹੀ ਪਾਲਿਸੀ ਲੈ ਕੇ ਆਊਗੀ ਜਿੱਥੇ ਇਸ ਜਿਹੜੇ ਇਹਦੇ ਵਿੱਚ ਇਨਵੋਲਵ ਨੇ ਪ੍ਰੋਸੈਸ ਦੇ ਵਿੱਚ ਜਾਂ ਵਿਕਟਮ ਬਣ ਗਏ ਨੇ, ਉਹਨਾਂ ਨੂੰ ਕਿਵੇਂ ਨਾ ਕਿਵੇਂ ਸਰਕਾਰ ਰੱਖ ਸਕਦੀ ਹੈ ਕੈਨੇਡਾ। ਖੈਰ ਸਾਹਿਬ, ਤੁਸੀਂ ਲੰਮੇ ਚੌੜੇ ਸਮੇਂ ਤੋਂ ਇਸ ਬਿਜ਼ਨਸ ਦੇ ਵਿੱਚ ਹੋ, ਕਾਫੀ ਪੁਰਾਣਾ ਤੁਹਾਡਾ ਤਜਰਬਾ ਹੈ, ਪਰ ਤੁਹਾਨੂੰ ਜੋ ਲੂਪ ਹੋਲਸ ਨੇ ਇਮੀਗ੍ਰੇਸ਼ਨ ਸਿਸਟਮਸ ਦੇ, ਉਹ ਨਾਰਮਲ ਬੰਦਿਆਂ ਨਾਲੋਂ ਜ਼ਿਆਦਾ ਪਤਾ ਨੇ ਵੀ ਕਿਸ ਢੰਗ ਨਾਲ ਕਿੱਥੇ ਜਾ ਕੇ ਇਮੀਗ੍ਰੇਸ਼ਨ ਦਾ ਆਪਣਾ ਇੱਕ ਕਾਨੂੰਨ, ਇਮੀਗ੍ਰੇਸ਼ਨ ਇੱਕ ਦੂਸਰੇ ਕਾਨੂੰਨ ਦੇ ਉੱਤੇ ਹੈਵੀ ਪੈ ਜਾਂਦਾ। ਹੁਣ ਇੱਕ ਵਾਰੀ ਬੱਚਾ ਇੱਥੇ ਆਉਂਦਾ ਆ, ਕਈ ਵਾਰੀ ਕਿਸੇ ਨੂੰ ਰਿਜੈਕਸ਼ਨਸ ਲੱਗਦੀਆਂ ਨੇ ਕਿ ਵੀ ਤੁਸੀਂ ਵਾਪਸ ਨਹੀਂ ਮੁੜਨਾ। ਮੰਨ ਲਓ ਕੋਈ ਵਿਜ਼ਟਰ ਵੀਜ਼ਾ ਅਪਲਾਈ ਕਰਦਾ ਹੈ, ਫਿਰ ਜਦੋਂ ਕੱਲ੍ਹ ਨੂੰ ਉਹੀ ਦੁਬਾਰਾ ਤਰੀਕੇ ਨਾਲ 4 ਸਾਲ ਬਾਅਦ ਫਾਈਲ ਲਾਉਣ ਤੋਂ ਬਾਅਦ ਇੱਥੇ ਆ ਜਾਂਦਾ ਹੈ, ਤੇ ਉਹਨੂੰ ਨਾਲ ਹੀ ਇੱਥੋਂ ਦਾ ਸਿਸਟਮ ਇੱਕ ਇਹ ਵੀ ਰਾਹ ਖੋਲ੍ਹਦਾ ਹੈ ਕਿ ਬਈ ਤੂੰ ਹੁਣ ਵਿਜ਼ਟਰ ਵਾਲਾ ਆਪਣਾ ਜਿਹੜਾ ਵੀਜ਼ਾ ਆ ਉਹਨੂੰ ਵਰਕ 'ਚ ਕਿੱਦਾਂ ਬਦਲਣਾ ਹੈ। ਸਿਸਟਮ ਦਾ ਹੀ ਇੱਕ ਹਿੱਸਾ ਕਹਿ ਰਿਹਾ ਵੀ ਬਈ ਇਸ ਬੰਦੇ ਨੇ ਵਾਪਸ ਨਹੀਂ ਮੁੜਨਾ, ਸਿਸਟਮ ਦਾ ਇੱਕ ਹਿੱਸਾ ਉਸੇ ਬੰਦੇ ਨੂੰ ਦੁਬਾਰਾ ਇੱਥੇ ਪੱਕਿਆ ਹੋਣ ਦੀ ਵੀ ਰਾਹ ਰਸਤਾ ਖੋਲ ਰਿਹਾ। ਹੁਣ ਇਹ ਸਿਸਟਮ ਦੇ ਵਿੱਚ ਤੇ ਆਪਣੇ ਬੜੇ ਲੂਪ ਹੋਲਸ ਨੇ, ਦੂਜਿਆਂ ਦੇ ਕਿਉਂ ਗੋਲੀਆਂ ਚੁੱਕਣਗੇ? ਵੈਰੀ ਗੁੱਡ, ਤੁਹਾਡੇ ਕੁਐਸਚਨ ਸਵਾਲ ਇਹ ਵੀ ਬਹੁਤ ਵਧੀਆ। ਜਦੋਂ ਤੁਸੀਂ ਕੋਈ ਐਪਲੀਕੇਸ਼ਨ ਦਾਇਰ ਕਰਦੇ ਹੋ, ਵੀਜ਼ਾ ਆਫਿਸਰ ਨੇ ਦੇਖਣਾ ਵੀ 179 ਸੈਕਸ਼ਨ ਅਪਲਾਈ ਹੋਣਾ ਕਿ ਨਹੀਂ ਹੋਣਾ, ਜਿਹੜਾ ਟੈਂਪਰੇਰੀ ਤੌਰ ਤੇ ਕੈਨੇਡਾ ਜਾ ਰਿਹਾ, ਜਿਹਦੇ 'ਚ ਸਭ ਤੋਂ ਬੜਾ ਜਿਹੜਾ ਰੀਜ਼ਨ ਹੁੰਦਾ ਉਹਨਾਂ ਨੇ ਇਵੈਲੂਏਟ ਕਰਨਾ ਵੀ ਇਹ ਇੰਡੀਵਿਜੂਅਲ ਜੇ ਕੈਨੇਡਾ ਜਾ ਰਿਹਾ ਟੈਂਪਰੇਰੀ ਇੰਟੈਂਟ ਨਾਲ, ਇਰਾਦਾ ਉਹਦਾ ਹੈਗਾ ਸਿਰਫ ਟੈਂਪਰੇਰੀ ਘੁੰਮਣਾ, ਔਰ ਇਹ ਉਹਦਾ ਪਰਪਸ ਹੈ, ਉਹੀ ਟੈਸਟ 'ਤੇ ਹੁੰਦਾ। ਉਹ ਤੋਂ ਬਾਅਦ ਜਦੋਂ ਕੈਨੇਡਾ 'ਚ ਐਂਟਰ ਕਰ ਜਾਂਦਾ, ਐਂਟਰ ਹੋਣ ਤੋਂ ਬਾਅਦ ਜੇ ਉਹਦਾ ਇਰਾਦਾ ਬਦਲ ਜਾਂਦਾ, ਉਹਨੂੰ ਚੈਲੰਜ ਨਹੀਂ ਕੀਤਾ ਜਾਂਦਾ, ਬਿਕੋਜ਼ ਉਹ ਉਸ ਵਕਤ ਉਸ ਟਾਈਮ 'ਤੇ ਇਰਾਦਾ ਸੀ ਉਹਦਾ। ਮਤਲਬ ਪਹਿਲਾਂ ਉਹਦਾ ਇਰਾਦਾ ਸੱਚਾ ਸੀ ਕਿ ਝੂਠਾ ਸੀ? ਇਹ ਕਿੱਦਾਂ ਉਹ ਸਿਸਟਮ ਕਿੱਦਾਂ ਪ੍ਰੂਵ ਕਰ ਸਕਦਾ ਕਿ ਪਹਿਲਾਂ ਇਰਾਦਾ ਸਹੀ ਸੀਗਾ, ਹੁਣ ਆ ਕੇ ਇਰਾਦਾ ਬਦਲ ਗਿਆ? ਮਤਲਬ ਇੱਕ ਕਿਸ ਚੀਜ਼ ਦੇ ਉੱਤੇ, ਕਿਹੜੀ ਗਰਾਊਂਡ ਤੇ ਇਦਾਂ ਕਰਕੇ? ਦੇਖੋ, ਜਿਹੜੇ ਵਿਜ਼ਿਟਰ ਨੇ ਉਹ ਪਿਓਰ ਟੈਂਪਰੇਰੀ ਇੰਟੈਂਟ ਨਾਲ ਐਂਟਰ ਹੁੰਦੇ ਆ। ਕਈ ਇੰਡੀਵਿਜੂਅਲ ਨੂੰ ਅਲਾਓ ਕਰਦੇ ਨੇ ਵੀ ਜਿਵੇਂ ਸਟੂਡੈਂਟ ਹੋ ਗਏ ਫਾਰ ਐਗਜ਼ਾਮਪਲ, ਉਹਨਾਂ ਤੇ ਜਿਹੜਾ ਸੈਕਸ਼ਨ 179 ਆ ਉਹ ਰਿਜਿਡਲੀ ਅਪਲਾਈ ਨਹੀਂ ਹੁੰਦਾ। ਇਸੇ ਤਰ੍ਹਾਂ ਵਰਕ ਪਰਮਿਟ ਹੋਲਡਰ ਹੈ, ਵਰਕ ਪਰਮਿਟ ਹੋਲਡਰ ਨੇ ਵੀ ਇਹ ਸਾਬਤ ਕਰਨਾ ਪੈਂਦਾ ਵੀ ਉਹ ਕੈਨੇਡਾ ਇੱਕ ਪਾਰਟਿਕੂਲਰ ਕੰਮ ਲਈ ਚੱਲਿਆ, ਉਹ ਕੰਮ ਕਰ ਦੋ ਵਾਪਸ ਆਊਗਾ। ਥੱਲੇ ਲਿਖਿਆ ਹੁੰਦਾ ਮਸਟ ਲੀਵ ਕੈਨੇਡਾ ਬਾਈ ਫਲਾਣੀ ਡੇਟ। ਯੈਸ ਨਾ, ਉਹ ਉਹਨਾਂ ਦਾ ਇਰਾਦਾ ਉਸ ਟਾਈਮ ਤੇ ਹੁੰਦਾ ਤੇ ਉਹਦੇ ਤੇ 179 ਉਹਨਾਂ ਰਿਜਿਡਲੀ ਅਪਲਾਈ ਨਹੀਂ ਹੁੰਦਾ। ਬਟ ਜਿਹੜਾ ਵਿਜ਼ਿਟਰ ਹੈ ਉਹ ਤੇ ਰਿਜਿਡਲੀ ਅਪਲਾਈ ਹੁੰਦਾ ਇਹ ਚੀਜ਼, ਇਹ ਵਾਪਸ ਜਾਊਗਾ ਕਿ ਨਹੀਂ ਜਾਊਗਾ, ਸਿਰਫ ਇੰਨਾ ਟੈਸਟ ਹੁੰਦਾ। ਔਰ ਜਦੋਂ ਡਿਸੀਜਨ ਹੋ ਜਾਂਦਾ, ਉਹ ਡਿਸੀਜਨ ਬਣ ਗਿਆ ਆਫਿਸਰ ਦਾ, ਉਹਨੂੰ ਰੀਵਿਜ਼ਿਟ ਨਹੀਂ ਕੀਤਾ ਜਾਂਦਾ ਵੀ ਠੀਕ ਹੈ ਜੇ ਤੁਸੀਂ ਕੈਨੇਡਾ ਆ ਗਏ, ਇੱਥੇ ਆ ਕੇ ਤੁਹਾਡੇ ਕੋਲ ਕੈਨੇਡਾ 'ਚ ਤਾਂ ਇਮੀਗ੍ਰੇਸ਼ਨ ਲੈਣ ਦੇ 80 ਤਰੀਕੇ ਨੇ, ਤੁਸੀਂ ਜੇ ਸੂਟ ਕਰਦਾ ਕੋਈ ਵੀ ਤੁਹਾਨੂੰ ਤਰੀਕਾ ਤਾਂ ਇੱਕ ਲੀਗਲ ਪ੍ਰੋਸੈਸ ਹੈ। ਯੈਸ, ਤੁਸੀਂ ਉਹਨੂੰ ਕਨਵਰਟ ਕਰ ਸਕਦੇ ਹੋ, ਚਾਹੇ ਵਰਕ ਪਰਮਿਟ ਤਬਦੀਲ ਕਰੋ ਜਾਂ ਕਿਸੇ ਹੋਰ ਕੈਟਾਗਰੀ ਤਬਦੀਲ ਕਰੋ, ਕਿਉਂਕਿ ਉਸ ਤੋਂ ਬਾਅਦ ਇਹ ਪਲਾਨ ਬਣਿਆ। ਜੇ ਤੁਸੀਂ ਉਹਨਾਂ ਨੂੰ ਵੀਜ਼ਾ ਆਫਿਸਰ ਨੂੰ ਲਿਖ ਕੇ ਦਿਓ ਇਹ ਵੀ ਮੇਰੀ ਜਿਹੜੀ ਸਿਲੈਕਸ਼ਨ ਸੀ ਜੌਬ ਦੀ ਉਹ ਪਹਿਲਾਂ ਹੋ ਚੁੱਕੀ ਸੀ,
ਤੇ ਮੈਂ ਤਾਂ ਇੱਥੇ ਆ ਕੇ ਸਿਰਫ ਜੁਆਇਨ ਹੀ ਕਰਨੀ ਸੀ ਜੌਬ। ਈਵਨ ਤੁਸੀਂ ਬਾਰਡਰ ਤੇ ਚਲੇ ਜਾਓ, ਬਾਰਡਰ ਤੇ ਇਹੀ ਚੀਜ਼ ਤਾਂ ਅਸੈਸ ਹੁੰਦੀ ਹੈ ਜਦੋਂ ਪੁੱਛਦੇ ਨੇ ਸਵਾਲ ਵੀ ਇਹ ਜੌਬ ਤੁਹਾਨੂੰ ਮਿਲੀ ਕਦੋਂ ਸੀ। ਜੇ ਸਾਬਤ ਹੋ ਜੇ ਵੀ ਜੌਬ ਪਹਿਲਾਂ ਹੀ ਕਨਫਰਮਡ ਸੀ ਜਾਂ ਉਹਨਾਂ ਦਾ ਸੂਟਕੇਸ ਇੱਥੇ ਖੁਲਵਾਇਆ ਜਾਵੇ CBSA ਵੱਲੋਂ, ਉੱਥੋਂ LMI ਦੀ ਕਾਪੀ ਜਾਂ PNP ਦੀ ਕਾਪੀ ਈਵਨ ਦੋ ਤੁਸੀਂ ਆਪਣੇ ਓਰੀਜਨਲ ਡਾਕੂਮੈਂਟ ਲੈ ਕੇ ਚੱਲੇ ਹੋ, ਤੁਹਾਨੂੰ ਤੁਰੰਤ ਰਿਮੂਵਲ ਆਰਡਰ ਇਸ਼ੂ ਕਰਨਗੇ ਇਸ ਗੱਲ ਤੇ ਵੀ ਤੁਸੀਂ ਗਲਤ ਇਰਾਦੇ ਨਾਲ ਕੈਨੇਡਾ ਦਾਖਲ ਹੋ ਰਹੇ ਹੋ। ਤੁਸੀਂ ਕੱਲ ਨੂੰ ਪੱਕੇ ਤੌਰ ਤੇ ਤੁਸੀਂ ਬਿਲਕੁਲ ਵਿਜ਼ਿਟਰ ਰਹੇ ਹੋ, ਇਹ ਕਹਿ ਕੇ ਮੈਂ ਟੈਂਪਰੇਰੀ ਆਇਆ ਤੇ ਤੁਸੀਂ ਸਾਰਾ ਸਮਾਨ ਉਹ ਚੱਕੀ ਫਿਰਦੇ ਹੋ ਜਿਹੜਾ ਤੁਹਾਨੂੰ PR ਲਈ ਹੈਲਪ ਕਰਦਾ। ਇਟ ਮੀਨਸ ਤੁਹਾਡਾ ਡਿਊਲ ਇੰਟੈਂਟ ਹੈ, ਮਤਲਬ 에ਅਰਪੋਰਟ ਤੋਂ ਵੀ ਵਾਪਸ ਮੁੜ ਸਕਦੇ ਹੋ। ਜੀ ਬਿਲਕੁਲ, ਇਹ ਬਹੁਤ ਇੰਪੋਰਟੈਂਟ ਹੈ। ਜਿਹੜਾ ਵੀਜ਼ਾ ਹੈਗਾ ਬਾਈ ਜੀ, ਉਹ ਤੁਹਾਨੂੰ ਸਿਰਫ ਕੈਨੇਡਾ ਦੇ ਡੋਰ ਸਟੈਪ ਤੱਕ ਲੈ ਕੇ ਆਉਂਦਾ। ਜਿਹੜਾ ਐਕਸੈਸ ਹੈ ਤੁਹਾਨੂੰ ਆਫਿਸਰ ਦਿੰਦਾ ਹੈ। ਇੱਥੇ ਆ ਕੇ ਪੋਰਟ ਆਫ ਐਂਟਰੀ ਤੇ ਹੀ ਐਕਸੈਸ ਮਿਲਦਾ, ਚਾਹੇ ਉਹ ਤੁਹਾਨੂੰ ਸਟੂਡੈਂਟ ਨੇ ਆਪਣਾ ਪਰਮਿਟ ਲੈਣਾ ਹੋਵੇ ਇੱਥੇ ਇਸ਼ੂ ਹੋਊਗਾ, ਜੇ ਵਰਕਰ ਹੈਗਾ ਸਿਰਫ ਉਹ ਆਥੋਰਾਈਜੇਸ਼ਨ ਲੈਟਰ ਲੈ ਕੇ ਆਉਂਦਾ, ਇੱਥੇ ਆ ਕੇ ਉਹਨੂੰ ਪਰਮਿਟ ਪ੍ਰਿੰਟ ਹੁੰਦਾ। ਕੋਈ ਵਿਜ਼ਿਟਰ ਆਉਂਦਾ ਉਹਨੂੰ ਇੱਥੇ ਅਲਾਓ ਕਰਦੇ ਨੇ ਵੀ ਤੂੰ ਕਿੰਨੇ ਦਿਨ ਰਹਿ ਸਕਦਾ, 183 ਦਿਨ ਰਹਿ ਸਕਦਾ ਜਾਂ ਉਹ ਤੋਂ ਵੱਧ ਜਾਂ ਘੱਟ। ਠੀਕ ਹੈ, ਬਿਲਕੁਲ ਠੀਕ ਬਾਈ ਜੀ। ਮੈਨੂੰ ਲੱਗਦਾ ਸਮਾਂ ਹੋ ਗਿਆ ਤੇ ਆਉਣ ਵਾਲੇ ਸਮੇਂ 'ਚ ਜੋ ਵੀ ਅਪਡੇਟ ਇਸ ਇਸ਼ੂ ਤੇ ਆਊਗੀ, ਹੋਰ ਜਾਣਕਾਰੀਆਂ, ਕਿਉਂਕਿ ਇਸ ਚੀਜ਼ 'ਚ ਵਾਕਈ ਜਾਣਕਾਰੀ ਦੀ ਘਾਟ ਆ ਤੇ ਬੱਚੇ ਐਕਚੁਅਲ ਦੇ ਵਿੱਚ ਜਾਂ ਬੱਚਿਆਂ ਦੇ ਮਾਪੇ, ਕਿਉਂਕਿ ਬੱਚਿਆਂ ਨੂੰ ਵੀ ਨਹੀਂ ਅਸਲ 'ਚ ਪਤਾ ਹੁੰਦਾ ਵੀ ਅਸੀਂ ਕਿਹੜੇ ਕੰਸਲਟੈਂਟ ਕੋਲ ਜਾਂ ਕਿਹੜੇ ਏਜੰਟ ਕੋਲ ਜਾ ਕੇ ਫਾਈਲ ਹੋਣੀ ਹੈ, ਮਾਪੇ ਡਿਸਾਈਡ ਕਰਦੇ ਨੇ। ਸੋ ਮੇਰੇ ਖਿਆਲ ਬੱਚਿਆਂ ਤੋਂ ਜ਼ਿਆਦਾ ਜਿਹੜੇ ਭਾਰਤ ਬੈਠੇ ਮਾਪਿਆਂ ਨੂੰ ਅਵੇਅਰ ਤੇ ਐਜੂਕੇਟ ਹੋਣਾ ਪੈਣਾ ਵੀ ਅਸੀਂ ਬੱਚਿਆਂ ਦਾ ਭਵਿੱਖ ਕਿਹਦੇ ਹੱਥਾਂ 'ਚ ਦੇਣਾ ਤੇ ਕਿਹਦੇ ਹੱਥਾਂ ਨਹੀਂ ਦੇਣਾ। ਆਉਣ ਵਾਲੇ ਦਿਨਾਂ ਤੇ ਇਸ ਮਸਲੇ ਤੇ ਇੱਕ ਡਿਟੇਲਡ ਪ੍ਰੋਗਰਾਮ ਹੋਰ ਕਰਾਂਗੇ। ਅੱਜ ਲਈ ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ CWC ਇਮੀਗ੍ਰੇਸ਼ਨ ਤੋਂ ਅਮਨ ਖਹਿਰਾ ਜੀ। ਹੋਰ ਕੋਈ ਤੁਹਾਡਾ ਸਵਾਲ ਜਾਂ ਕੋਈ ਵੀ ਗੱਲ ਹੋਏ ਤਾਂ ਤੁਸੀਂ ਮੈਸੇਜ ਜਾਂ ਫਿਰ ਈਮੇਲ ਜ਼ਰੂਰ ਕਰਿਓ, ਅਸੀਂ ਕੋਸ਼ਿਸ਼ ਕਰਾਂਗੇ ਉਹ ਵੀ ਮਸਲਾ ਆਉਣ ਵਾਲੇ ਦਿਨਾਂ ਦੇ ਵਿੱਚ ਹੱਲ ਕਰੀਏ। ਮੈਨੂੰ ਜੋਗਰਾਜ ਸਿੰਘ ਕਾਲੂ ਨੂੰ ਦਿਓ ਆਗਿਆ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।